ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ ਕੁਲਵੰਤ ਸਿੰਘ ਵਿਰਖੁਰਾਂ ਦੀ ਲਿਖੀ ਕਹਾਣੀ ਦੇ ਲੰਮੀ ਨਜ਼ਰ ਨਿਹਾਲੀ ਹੈ, ਰੁਪਿੰਦਰ ਕੌਰ ਸੰਧੂ ਹੋਰਾਂ ਦੀ ਆਵਾਜ਼ ਵਿੱਚ। ਪ੍ਰੀਤਮ ਕੌਰ ਜੱਟਾਂ ਦੇ ਇੱਕ ਵੱਡੇ ਘਰਾਣੇ ਵਿੱਚ ਵਿਆਹੀ ਹੋਈ ਸੀ। ਉਸਦਾ ਮੁੰਡਾ ਬਾਈਸਾਈਕਲ ਤੇ ਚੜ੍ਹ ਕੇ ਸਕੂਲੇ ਜਾਂਦਾ ਸੀ। ਭਾਵੇਂ ਸਕੂਲ ਵਾਲਾ ਸ਼ਹਿਰ ਉਹਨਾਂ ਦੇ ਪਿੰਡ ਤੋਂ 1 ਮੀਲ ਹੀ ਦੂਰ ਸੀ ਤੇ ਪਿੰਡ ਦੇ ਬਾਕੀ ਮੁੰਡੇ ਟੁਰਦੇ ਟੁਰਦੇ ਸਕੂਲ ਜਾਂਦੇ ਸਨ। ਉਸਦੀ ਨਿੱਕੀ ਜਿਹੀ ਕੁੜੀ ਸ਼ਹਿਰੀ ਨਮੂਨੇ ਦੀਆਂ ਸੀਤੀਆਂ ਰੰਗ ਬਰੰਗੀਆਂ ਫਰਾਕਾਂ ਪਾਉਂਦੀ ਸੀ। ਉਹ ਸਵਾਈਆਂ ਵੀ ਸ਼ਹਿਰ 'ਚੋਂ ਹੀ ਜਾਂਦੀਆਂ ਸੀ। ਜਦੋਂ ਉਹ ਪੇਕੇ ਆਉਂਦੀ ਤਾਂ ਉਸਦੇ ਕੱਪੜੇ ਪਿੰਡ ਦੀਆਂ ਹੋਰ ਸਾਰੀਆਂ ਕੁੜੀਆਂ ਜਨਾਨੀਆਂ ਨਾਲੋਂ ਮਹਿੰਗੇ ਤੇ ਚਿੱਟੇ ਹੁੰਦੇ। ਕਈ ਵਾਰ ਉਸਦੇ ਤਿੰਨੇ ਕੱਪੜੇ ਹੀ ਰੇਸ਼ਮੀ ਹੁੰਦੇ। ਉਸਦੇ ਪਿੰਡ ਦੇ ਹੋਰ ਲੋਕ ਜਿਨ੍ਹਾਂ ਦੀਆਂ ਕੁੜੀਆਂ ਏਡੇ ਬਖਤਾਵਰਾਂ ਦੇ ਨਹੀਂ ਵਿਆਹੀਆਂ ਸਨ, ਉਹਨੂੰ ਵੇਖ ਕੇ ਰਸ਼ਕ ਖਾਂਦੇ। ਉਹਨਾਂ ਦੀਆਂ ਵਿਆਹੀਆਂ ਹੋਈਆਂ ਧੀਆਂ ਘੱਟ ਵੱਧ ਉਸੇ ਤਰ੍ਹਾਂ ਰਹਿੰਦੀਆਂ ਜਿਵੇਂ ਉਹਨਾਂ ਦੀਆਂ ਨੂੰਹਾਂ ਰਹਿੰਦੀਆਂ ਸਨ, ਤੇ ਉਹਨਾਂ ਦੇ ਦੋਤਰੇ ਉਸੇ ਤਰ੍ਹਾਂ ਲੱਗਦੇ ਜਿਸ ਤਰ੍ਹਾਂ ਉਹਨਾਂ ਦੇ ਪੋਤਰੇ। ਇਹ ਸਾਰੇ ਕਿਸੇ ਦਿਨ ਦਿਹਾੜ ਨੂੰ ਹੀ ਚੰਗੇ ਕੱਪੜੇ ਪਾਉਂਦੇ। ਪਰ ਤਗੜੇ ਜੱਟਾਂ ਨੂੰ ਅੱਗੇ ਇੱਕ ਬਿਮਾਰੀ ਹੁੰਦੀ ਸੀ, ਉਹ ਵਿਆਹ ਦੂਜਾ ਕਰਵਾ ਲੈਂਦੇ ਸਨ। ਜਦੋਂ ਪ੍ਰੀਤਮ ਕੌਰ ਅਧਖੜਾਂ ਵਿੱਚ ਪੈਰ ਧਰਨ ਲੱਗੀ ਤਾਂ ਉਸਦੇ ਘਰ ਵਾਲੇ ਪਿਆਰਾ ਸਿੰਘ ਨੇ ਵੀ ਨਵਾਂ ਵਿਆਹ ਕਰਵਾ ਲਿਆ। ਕੋਈ ਮੇਲ ਨਹੀਂ, ਜੰਝ ਨਹੀਂ। ਆਪੇ 2-3 ਯਾਰ ਰਲ ਕੇ ਗਏ ਤੇ ਜਨਾਨੀ ਲੈ ਆਂਦੀ। ਪਿਆਰਾ ਸਿੰਘ ਨੇ ਆਪਣੀ ਹਵੇਲੀ ਦਾ ਚੁਬਾਰਾ ਖਾਲੀ ਕਰਵਾਇਆ ਤੇ ਉੱਥੇ ਟਿਕਾਣਾ ਕਰ ਦਿੱਤਾ। ਇਸ ਦੂਜੇ ਵਿਆਹ ਦੀ ਜੇ ਪ੍ਰੀਤਮ ਕੌਰ ਦੇ ਮਨ ਨੂੰ ਚੌਖੀ ਸੱਟ ਲੱਗੀ ਸੀ ਤਾਂ ਉਸਨੇ ਲੁਕਾ ਲਈ ਸੀ, ਕਿਉਂਕਿ ਵੇਖਣ ਵਾਲਿਆਂ ਨੇ ਉਹਦੇ ਵਤੀਰੇ ਵਿੱਚ ਕੋਈ ਬਹੁਤਾ ਫਰਕ ਨਾ ਵੇਖਿਆ ਤੇ ਆਂਢ ਗੁਆਂਢ ਨੇ ਉਹਨੂੰ ਲੜਾਈ ਝਗੜਾ ਜਾਂ ਹਾਲ ਪਹਾਰਿਆ ਕਰਦਿਆਂ ਨਾ ਸੁਣਿਆ। ਨਵੀਂ ਵਹੁਟੀ ਚਵਾਰੇ ਤੇ ਰਹਿੰਦੀ ਤੇ ਉਹ ਆਪ ਹੇਠਾਂ। ਪਿੰਡ ਬਰਾਦਰੀ ਲਈ ਅਜੇ ਵੀ ਪਿਆਰਾ ਸਿੰਘ ਦੀ ਵਹੁਟੀ ਪ੍ਰੀਤਮ ਕੌਰ ਹੀ ਸੀ। ਰਾਤ ਪੈਣ ਤੱਕ ਪਿਆਰਾ ਸਿੰਘ ਹੇਠਾਂ ਹੀ ਰਹਿੰਦਾ। ਆਏ ਗਏ ਤੇ ਕਾਮਿਆਂ ਦੀ ਰੋਟੀ ਦਾ ਬੰਦੋਬਸਤ ਪੁਰਾਣੀ ਵਹੁਟੀ ਦੇ ਜਿੰਮੇ ਹੀ ਸੀ ਤੇ ਘਰ ਚਲਾਉਣ ਦਾ ਭਾਰ ਵੀ ਉਹਦੇ ਸਿਰ। ਅੰਗ ਸਾਕ ਸੰਭਾਲਣਾ, ਕਿਸੇ ਮੰਗਣੇ ਵਿਆਹ ਤੇ ਜਾਣਾ, ਇਹ ਸਾਰੇ ਕੰਮ ਉਹਦੇ ਹੀ ਸਨ। ਉਹਦੇ ਆਪਣੇ ਸਾਕ ਉਹਦੇ ਘਰ ਆਉਂਦੇ ਤੇ ਉਹਨਾਂ ਨੂੰ ਪਹਿਲਾਂ ਜਿੰਨਾ ਹੀ ਮਾਣ ਮਿਲਦਾ। ਦਾਣੇ ਫੱਕੇ ਦੀ ਕੁੰਜੀ ਵੀ ਉਹਦੇ ਕੋਲ ਹੀ ਸੀ। ਨਵੀਂ ਵਹੁਟੀ ਬਸ ਆਪਣੀ ਜਾਨ ਦੀ ਜ਼ਿੰਮੇਵਾਰ ਸੀ। ਪਰ ਹੌਲੀ ਹੌਲੀ ਪਾਸਾ ਪਰਤਦਾ ਗਿਆ। ਨਵੀਂ ਵਹੁਟੀ ਦੇ ਵੀ ਨਿਆਣੇ ਹੋ ਗਏ। ਉਹ ਵਿਹੜੇ ਵਿੱਚ ਖੇਡਦੇ ਰਹਿੰਦੇ ਤੇ ਖੇਡਦੇ ਖੇਡਦੇ ਬਾਹਰ ਨਿਕਲ ਜਾਂਦੇ। ਪਹਿਲਾਂ ਨਿਆਣਿਆਂ ਦੇ ਪਿੱਛੇ, ਫਿਰ ਉਸ ਤਰ੍ਹਾਂ ਹੀ ਉਹ ਪਿੰਡ ਵਿੱਚ ਲੋਕਾਂ ਦੇ ਘਰ ਆਉਣ ਜਾਣ ਲੱਗੀ। ਦਾਣੇ ਕੱਪੜੇ ਦੀ ਕੁੰਜੀ ਪ੍ਰੀਤਮ ਕੌਰ ਕੋਲ ਹੀ ਸੀ, ਪਰ ਪੈਸੇ ਟਕੇ ਦੀ ਗੰਢ ਪਹਿਲਾਂ ਪਿਆਰਾ ਸਿੰਘ ਨੇ ਆਪਣੇ ਕੋਲ ਕਰ ਲਈ ਤੇ ਫਿਰ ਇਸ ਨਵੀਂ ਵਹੁਟੀ ਦੇ ਹਵਾਲੇ ਕਰ ਦਿੱਤੀ। ਪ੍ਰੀਤਮ ਕੌਰ ਦੀ ਕੁੜੀ ਪਹਿਲਾਂ ਵਿਆਹੀ ਗਈ ਸੀ, ਮੁੰਡਾ ਵੀ ਹੁਣ ਜਵਾਨ ਹੋ ਕੇ ਵਿਆਹਿਆ ਗਿਆ ਸੀ। ਪਰ ਉਹ ਪ੍ਰੀਤਮ ਕੌਰ ਲਈ ਬਹੁਤਾ ਆਸਰਾ ਨਹੀਂ ਸੀ। ਆਪਣੀ ਥਾਂ ਮੁੰਡਾ ਆਪਣੀ ਮਾਂ ਨਾਲੋਂ ਵੀ ਬਹੁਤਾ ਦੁਖੀ ਸੀ। ਜਿੰਨੇ ਪੁੱਤਰ ਮਤਰੇਈ ਮਾਂ 'ਚੋਂ ਹੁੰਦੇ ਜਾਣ, ਓਨੀ ਹੀ ਉਸਦੇ ਹਿੱਸੇ ਦੀ ਭੋਏ ਘਟਦੀ ਜਾਂਦੀ ਸੀ, ਕਿਉਂਕਿ ਭੋਏ ਸਾਰੇ ਭਰਾਵਾਂ ਵਿੱਚ ਇੱਕੋ ਜਿੰਨੀ ਵੰਡੀ ਜਾਣੀ ਸੀ। ਕੁਝ ਆਪਣੀ ਮਾਂ ਦੇ ਦੁੱਖੋਂ ਤੇ ਬਹੁਤਾ ਆਪਣੇ ਦੁੱਖੋਂ ਉਹ ਆਪਣੇ ਪਿਓ ਨਾਲ ਤੱਤਾ ਠੰਡਾ ਹੋਣ ਲੱਗ ਪਿਆ। ਪਰ ਤਗੜੇ ਜੱਟ ਆਪਣੇ ਸਾਹਮਣੇ ਪੁੱਤਰ ਦੀ ਕੋਈ ਪੇਸ਼ ਨਹੀਂ ਜਾਣ ਦਿੰਦੇ। ਭੋਏ ਭਾਂਡਾ ਤੇ ਸਾਰਾ ਪਿਓ ਦੇ ਨਾਂ ਹੁੰਦਾ ਏ ਤੇ ਉਸਦੇ ਮਰਨ ਤੱਕ ਉਸਦੇ ਨਾਂ ਹੀ ਰਹਿਣਾ ਹੁੰਦਾ ਏ। ਪੁੱਤਰ ਨੂੰ ਕੁਝ ਦੇਣਾ ਜਾਂ ਨਾ ਦੇਣਾ ਉਸਦੀ ਆਪਣੀ ਮਰਜ਼ੀ ਹੁੰਦੀ ਏ, ਖਾਸ ਕਰਕੇ ਜੇ ਪਿਓ ਪੈਸੇ ਵਾਲਾ ਹੋਵੇ। ਉਸਨੂੰ ਪੁੱਤਰ ਦੀ ਕਾਰ ਦੀ ਵੀ ਲੋੜ ਨਾ ਹੋਵੇ। ਵੱਧਦੀ ਗੱਲ ਇੱਥੋਂ ਤੱਕ ਅੱਪੜੀ ਕਿ ਪਿਆਰਾ ਸਿੰਘ ਨੇ ਉਸਨੂੰ ਖਰਚ ਪੱਠਾ ਦੇਣਾ ਬੰਦ ਕਰ ਦਿੱਤਾ। ਫਿਰ ਉਸਨੂੰ ਕਨਸੋਆਂ ਅੱਪੜੀਆਂ ਕਿ ਦੂਜੇ ਵਿਆਹ ਦੇ ਦੁੱਖੋਂ ਉਸਦਾ ਮੁੰਡਾ ਉਸਨੂੰ ਮਰਵਾਉਣ ਨੂੰ ਫਿਰਦਾ ਸੀ। ਉਸਨੇ ਮੁੰਡੇ ਨੂੰ ਆਪਣੀਆਂ ਪੈਲੀਆਂ ਵਿੱਚ ਵੜਨ ਤੋਂ ਮਨ੍ਹਾ ਕਰ ਦਿੱਤਾ। ਅਫਸਰ ਵੀ ਸਾਰੇ ਪਿਆਰਾ ਸਿੰਘ ਦੇ ਨਾਲ ਸਨ। ਉਸਦਾ ਪੁੱਤਰ ਆਪਣੀ ਕੋਈ ਪੇਸ਼ ਨਾ ਜਾਂਦੀ ਵੇਖ ਕੇ ਘਰੋਂ ਨਿਕਲ ਗਿਆ ਤੇ ਉਹਨੇ ਕਿਸੇ ਹੋਰ ਪਿੰਡ ਕਿਸੇ ਫਾਰਮ ਤੇ ਨੌਕਰੀ ਕਰ ਲਈ। ਉੱਥੇ ਹੀ ਉਸਨੇ ਆਪਣੀ ਵਹੁਟੀ ਮੰਗਵਾ ਲਈ। 9 ਪੁੱਤਰ ਦੇ ਜਾਣ ਪਿੱਛੋਂ ਪ੍ਰੀਤਮ ਕੌਰ ਨੂੰ ਦਵੇਂ ਨੇ ਆ ਘੇਰਿਆ। ਬਿਮਾਰੀ ਲੱਗ ਜਾਣ ਦੇ ਡਰ ਤੋਂ ਪਿਆਰਾ ਸਿੰਘ ਨੇ ਹੁਣ ਉਹਦੇ ਮੱਥੇ ਲੱਗਣਾ ਵੀ ਛੱਡ ਦਿੱਤਾ। ਦਮਾ ਛੂਤ ਦੀ ਬਿਮਾਰੀ ਨਹੀਂ, ਪਰ ਜੇ ਇਸ ਬਹਾਨੇ ਬੁੱਢੀ ਤੇ ਬਿਮਾਰ ਵਹੁਟੀ ਤੋਂ ਜਾਨ ਛੁੱਟਦੀ ਹੋਵੇ
ਤਾਂ ਇਹ ਕੋਈ ਏਡਾ ਮਾੜਾ ਬਹਾਨਾ ਨਹੀਂ ਸੀ। ਵੱਡਾ ਗੁੱਸਾ ਉਸਨੂੰ ਇਹ ਸੀ ਕਿ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ ਪੁੱਤਰ ਉਸਨੂੰ ਜਾਨੋਂ ਮਾਰ ਦੇਣ ਦੀ ਸੋਚਦਾ ਰਿਹਾ ਸੀ। ਪ੍ਰੀਤਮ ਕੌਰ ਹੁਣ ਬਸ ਆਪਣੇ ਜੋਗੀ ਰਹਿ ਗਈ ਸੀ, ਇਕੱਲੀ ਹੀ ਮੰਜੇ ਤੇ ਪਈ ਰਹਿੰਦੀ। ਜਦੋਂ ਭੁੱਖ ਲੱਗਦੀ ਤਾਂ ਕੁਝ ਖਾ ਪਕਾ ਲੈਂਦੀ। ਨਿੱਕੀ ਬੋਟੀ ਦੇ ਬਾਲਾਂ ਨੂੰ ਉਸ ਤੋਂ ਦਮਾ ਹੋ ਜਾਣ ਦਾ ਡਰ ਸੀ। ਉਂਝ ਵੀ ਵੱਡੇ ਵਿਹੜੇ ਵਿੱਚ ਸਾਹਮਣੇ ਬਿਮਾਰ ਦੀ ਮੰਜੀ ਪਈ ਬੁਰੀ ਲੱਗਦੀ ਏ। ਹਵੇਲੀ ਦੀ ਇੱਕ ਗੁੱਠੇ ਇੱਕ ਵੱਖਰਾ ਜਿਹਾ ਕੋਠਾ ਸੀ, ਜਿਸ ਵਿੱਚ ਮੀਂਹ ਕਣੀ ਤੋਂ ਬਚਾ ਲਈ ਗੋਹੇ, ਮੰਜੀਆਂ ਦੇ ਵਾਧੂ ਪਾਵੇ ਦੇ ਸੇਰੂ, ਹਲ ਦਾ ਕੁੜ ਜਾਂ ਪੰਜਾਲੀਆਂ ਦੀਆਂ ਅਰਲੀਆਂ ਤੇ ਮੁੱਠੀਏ ਬਣਵਾਉਣ ਲਈ ਲੱਕੜਾਂ ਪਈਆਂ ਰਹਿੰਦੀਆਂ ਸੀ। ਇਹ ਕੋਠਾ ਸਾਫ਼ ਕਰਕੇ ਪ੍ਰੀਤਮ ਕੌਰ ਦੀ ਮੰਜੀ ਉੱਥੇ ਕਰ ਦਿੱਤੀ ਗਈ ਤੇ ਘਰ ਨਾਲੋਂ ਉਸ ਦਾ ਸੰਬੰਧ ਬਿਲਕੁਲ ਟੁੱਟ ਗਿਆ। ਫਿਰ ਪਾਕਿਸਤਾਨ ਬਣ ਗਿਆ। ਦੁਨੀਆ ਦੇ ਪਦਾਰਥਾਂ ਵਿੱਚੋਂ ਪਿਆਰਾ ਸਿੰਘ ਦਾ ਹਿੱਸਾ ਘਟ ਗਿਆ ਤੇ ਪ੍ਰੀਤਮ ਕੌਰ ਦਾ ਹੋਰ ਵੀ ਘਟ ਗਿਆ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਉਸ ਦਾ ਹਿੱਸਾ ਅਸਲੋਂ ਹੀ ਮੁੱਕ ਗਿਆ, ਕਿਉਂਕਿ ਘਟਿਆ ਹੋਇਆ ਤਾਂ ਪਹਿਲਾਂ ਹੀ ਬਥੇਰਾ ਸੀ। ਉਸ ਦਾ ਪੁੱਤਰ ਵੀ ਉਸ ਕੋਲ ਨਹੀਂ ਸੀ ਆ ਜਾ ਸਕਦਾ, ਕਿਉਂਕਿ ਉਹ ਤੇ ਪਿਆਰਾ ਸਿੰਘ ਇੱਕ ਦੂਜੇ ਦੀ ਜਾਨ ਦੇ ਵੈਰੀ ਸਨ। ਉਹ ਉਸ ਨੂੰ ਆਪਣੇ ਨਾਲ ਵੀ ਨਹੀਂ ਸੀ ਲਿਜਾ ਸਕਦਾ, ਕਿਉਂਕਿ ਜਿਸ ਫਾਰਮ ਵਿੱਚ ਉਹ ਮੁੰਡਾ ਨੌਕਰੀ ਕਰਦਾ ਸੀ ਉਹ ਤੇ ਪਾਕਿਸਤਾਨ ਰਹਿ ਗਿਆ ਸੀ ਤੇ ਉਹ ਹੁਣ ਕਿਸੇ ਹੋਰ ਨੌਕਰੀ ਦੀ ਭਾਲ ਵਿੱਚ ਸੀ। ਉਹ ਆਪ ਬਿਮਾਰ ਰਹਿੰਦੀ ਸੀ, ਬਹੁਤੀ ਰੋਟੀ ਉਸਨੇ ਖਾਣੀ ਹੀ ਨਹੀਂ ਸੀ। ਇਸ ਲਈ ਉਸਦਾ ਘਰ ਵਾਲਾ ਤੇ ਸੌਂਕਣ ਉਹਨੂੰ 6 ਮਹੀਨਿਆਂ ਪਿੱਛੇ ਮਣ 1.5 ਮਣ ਦਾਣਿਆਂ ਦਾ ਤੇ ਬਸ ਕਰਦੇ। ਨਿੱਕੀ ਵਹੁਟੀ ਦੇ ਲਾਹੇ ਹੋਏ ਕੱਪੜੇ ਉਸਨੂੰ ਪਾਉਣ ਲਈ ਘੱਲ ਦਿੰਦੇ। ਪ੍ਰੀਤਮ ਕੌਰ ਆਪਣੀ ਮੰਜੀ ਤੇ ਪਈ ਖੌਂ-ਖੌਂ ਕਰਦੀ ਰਹਿੰਦੀ। ਦੌਰਾ ਪੈਣ ਤੇ ਬਹੁਤ ਹੀ ਬੁਰਾ ਹਾਲ ਹੁੰਦਾ ਉਹਦਾ। ਦੌਰਾ ਹਟਣ ਤੇ ਜੇ ਕਦੀ ਭੁੱਖ ਲੱਗਦੀ ਤਾਂ ਉਹ ਉੱਠ ਕੇ ਇੱਕ ਅੱਧ ਰੋਟੀ ਆਪ ਥੱਪ ਲੈਂਦੀ। ਸਿਆਣੇ ਕਹਿੰਦੇ ਨੇ ਪੈਸਾ ਤੁਹਾਨੂੰ ਦੁਨੀਆ ਦੇ ਦੂਜੇ ਲੋਕਾਂ ਦੇ ਕੰਮ ਤੇ ਹੱਕ ਦਿੰਦਾ ਏ। ਕਿਧਰੇ ਸਵਿਟਜ਼ਰਲੈਂਡ ਵਿੱਚ ਬੈਠਾ ਕੋਈ ਤੁਹਾਡੇ ਲਈ ਘੜੀ ਬਣਾ ਰਿਹਾ ਏ, ਕੋਈ ਅਮਰੀਕਾ ਵਾਸੀ ਤੁਹਾਡੇ ਲਈ ਫਾਊਂਟੇਨ ਪੈਨ ਤਿਆਰ ਕਰ ਰਿਹਾ ਏ, ਕੋਈ ਜਾਪਾਨੀ ਤੁਹਾਡੇ ਲਈ ਬਟਨ ਘੜ ਰਿਹਾ ਏ, ਤੁਹਾਡੀ ਜੇਬ ਵਿਚਲੇ ਪੈਸੇ ਦਾ ਸਦਕਾ। ਦੂਜੇ ਪਾਸੇ ਜੇ ਤੁਹਾਡੇ ਕੋਲ ਕਦੀ ਵੀ ਕਿਸੇ ਨੂੰ ਦੇਣ ਲਈ ਕੁਝ ਨਹੀਂ, ਵੇਲੇ ਕਵੇਲੇ ਲਈ ਸਾਗ ਭਾਜੀ ਵੀ ਨਹੀਂ, ਵਿਹੜੇ ਵਿੱਚ ਕਿਸੇ ਰੁੱਖ ਦੀ ਛਾਂ ਨਹੀਂ, ਤਾਂ ਲੋਕਾਂ ਨਾਲ ਤੁਹਾਡੇ ਸੰਬੰਧਾਂ ਤੇ ਇਸ ਦਾ ਜ਼ਰੂਰ ਅਸਰ ਪਏਗਾ। ਪ੍ਰੀਤਮ ਕੌਰ ਨੂੰ ਹੁਣ ਜਦ ਉਸਦੇ ਘਰ ਵਾਲੇ ਤੇ ਉਸਦੇ ਪੁੱਤਰ ਤੇ ਨੂੰਹ ਨੇ ਛੱਡ ਦਿੱਤਾ ਸੀ ਤਾਂ ਲੋਕਾਂ ਦੇ ਉਸ ਨੂੰ ਛੱਡ ਦੇਣ ਵਿੱਚ ਕਿਹੜੀ ਹੈਰਾਨੀ ਦੀ ਗੱਲ ਹੈ। ਇੱਕ ਦਿਨ ਉਸਦਾ ਘਰ ਵਾਲਾ ਸ਼ਹਿਰ ਜਾਣ ਲਈ ਤਿਆਰ ਹੋਇਆ, ਇਸੇ ਆਸ ਉੱਤੇ ਕਿ ਸ਼ਾਇਦ ਉਸਦਾ ਅਜੇ ਵੀ ਉਸ ਨਾਲ ਕੋਈ ਸੰਬੰਧ ਹੋਵੇ। ਉਸਨੇ ਗੁਆਂਢ ਤੋਂ ਇੱਕ ਨਿਆਣੇ ਨੂੰ ਕਿਹਾ, ਜਾਂ ਕਰਤਾਰੇ ਦੇ ਬਾਪੂ ਨੂੰ ਜਰਾ ਆਖ, ਕਰਤਾਰੇ ਦੀ ਬੀਬੀ ਕਹਿੰਦੀ ਹੈ ਸ਼ਹਿਰੋਂ ਮੇਰੇ ਲਈ ਕੋਈ ਦਵਾਈ ਲੈ ਆਉਣ, ਮੇਰਾ ਬਹੁਤ ਬੁਰਾ ਹਾਲ ਹੈ। ਉਸ ਨਿਆਣੇ ਨੇ ਆ ਕੇ ਕਿਹਾ, ਉਹ ਕਹਿੰਦੇ ਨੇ ਦਵਾਈ ਮੰਗਵਾਉਣੀ ਹੈ ਤਾਂ ਪੈਸੇ ਦਿਓ। ਉਸਦੇ ਘਰ ਵਾਲੇ ਨੇ ਉਸਨੂੰ ਅਸਲੋਂ ਹੀ ਸ਼ਿਨਕ ਦਿੱਤਾ ਹੋਇਆ ਸੀ। ਉਸ ਕੋਲ ਪੈਸੇ ਕਿੱਥੋਂ ਆਉਣ? ਅੱਛਾ ਕਹਿ ਕੇ ਉਸਨੇ ਨਿਆਣੇ ਨੂੰ ਟੋਰ ਦਿੱਤਾ। ਇੱਕ ਦਿਨ ਮੂੰਹ ਵਲੇਟ ਕੇ ਲੇਟੀ ਹੋਈ ਪ੍ਰੀਤਮ ਕੌਰ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਸਦੀ ਮੰਜੀ ਦੇ ਨੇੜੇ ਇੱਕ ਚੂਚਾ ਚਲੂੰ-ਚਲੂੰ ਕਰ ਰਿਹਾ ਏ। ਉਸ ਮੂੰਹ ਤੋਂ ਕੱਪੜਾ ਲਾ ਕੇ ਪਾਸਾ ਪਰਤ ਕੇ ਵੇਖਿਆ। ਚਿੱਤਰ-ਮਿੱਤਰ ਰੰਗ ਦਾ ਇੱਕ ਚੂਚਾ ਧੌਣ ਉੱਚੀ ਕਰ ਚਿਚਲਾ ਰਿਹਾ ਸੀ। ਨਾਲ ਹੀ ਉਹ ਹੌਲੀ-ਹੌਲੀ ਪੈਰ ਘੁੱਟ ਕੇ ਕੁਝ ਲੱਭ ਰਿਹਾ ਸੀ। ਪਤਾ ਨਹੀਂ ਇਹ ਹੋਰ ਚੂਚਿਆਂ ਨਾਲੋਂ ਨਿਖੜ ਕੇ ਕਿਸ ਤਰ੍ਹਾਂ ਇੱਥੇ ਆ ਗਿਆ। ਹੁਣ ਇਹਨੂੰ ਪਛਾਣ ਦਾ ਰਾਹ ਨਹੀਂ ਸੀ ਆਉਂਦਾ। ਪ੍ਰੀਤਮ ਕੌਰ ਉੱਠੀ। ਉਸਨੇ ਥੋੜ੍ਹਾ ਜਿਹਾ ਆਟਾ ਭਿਉਂ ਕੇ ਗੋਲੀਆਂ ਬਣਾ ਕੇ ਉਸਨੂੰ ਪਾਇਆ ਤੇ ਉਹ ਖਾਣ ਲੱਗ ਪਿਆ। ਉਹ ਖਾ ਕੇ ਉੱਥੇ ਚੁਗਦਾ ਰਿਹਾ ਤੇ ਰਾਤ ਨੂੰ ਪ੍ਰੀਤਮ ਕੌਰ ਨੇ ਉਸਨੂੰ ਇੱਕ ਟੋਕਰੀ ਹੇਠਾਂ ਕੱਜ ਦਿੱਤਾ। ਅਗਲੇ ਦਿਨ ਤੋਂ ਇਹ ਚੂਚਾ ਉੱਥੇ ਰਹਿਣ ਲੱਗ ਪਿਆ। ਫਿਰ ਚੁੱਕ ਕੇ ਇਹ ਇੱਥੇ ਹੀ ਆ ਜਾਂਦਾ ਤੇ ਇੱਥੇ ਹੀ ਰਾਤ ਕੱਟਦਾ। ਹੁਣ ਇਸ ਨੂੰ ਚੂਚਾ ਕਹਿਣਾ ਸ਼ਾਇਦ ਠੀਕ ਨਾ ਹੋਵੇ, ਕਿਉਂਕਿ ਕੁਝ ਹਫ਼ਤਿਆਂ ਵਿੱਚ ਇਹ ਪੂਰੀ ਕੁੱਕੜੀ ਬਣ ਗਈ ਸੀ। ਇੱਕ ਦਿਨ ਇਹ ਕੁੱਕ ਕਰਦੀ ਕੋਠੇ ਦੀ ਇੱਕ ਕੰਧ ਵਿੱਚ ਬਣੇ ਆਲੇ ਵਿੱਚ ਜਾ ਬੈਠੀ। ਕੁਝ ਚਿਰ ਪਿੱਛੋਂ ਪ੍ਰੀਤਮ ਕੌਰ ਨੇ ਉੱਠ ਕੇ ਬੈਠੀ ਹੋਈ ਕੁੱਕੜੀ ਦੀਆਂ ਲੱਤਾਂ ਪਿੱਛੇ ਪੋਲਾ ਜਿਹਾ ਹੱਥ ਸਰਕਾਇਆ। ਉੱਥੇ ਆਂਡਾ ਪਿਆ ਸੀ। ਉਸਨੇ ਘੁੱਟ ਕੇ ਮੁੱਠ ਵਿੱਚ ਫੜ ਲਿਆ ਤੇ ਕੁੱਕੜੀ ਨੂੰ ਪਿਆਰ ਨਾਲ ਚੁੱਕ ਕੇ ਚੁਗਣ ਲਈ ਬਾਹਰ ਸੁੱਟ ਦਿੱਤਾ। ਆਂਡਾ ਅਜੇ ਕੁਝ ਗਰਮ ਸੀ। ਕੁੱਕੜੀ ਨੇ ਹੁਣੇ ਹੀ ਦਿੱਤਾ ਹੋਣਾ। ਉਹ ਮੁੱਠ ਖੋਲ ਕੇ ਤਲੀ ਤੇ ਪਏ ਆਂਡੇ ਨੂੰ ਵੇਖ ਕੇ ਰਸ ਲੈਂਦੀ, ਜਿਵੇਂ ਸਿਆਲ ਵਿੱਚ ਧੁੱਪ ਦਾ ਰਸ ਲਈਦਾ। ਬੜੇ ਚਿਰ ਪਿੱਛੋਂ ਅੱਜ ਉਹਦੇ ਕੋਲ ਵੀ ਇਹੋ ਜਿਹੀ ਸ਼ੈ ਸੀ ਜਿਸ ਦੀ ਕਿਸੇ ਨੂੰ ਲੋੜ ਹੋ ਸਕਦੀ ਸੀ। ਆਂਡੇ ਪਿੰਡ ਦੀ ਹੱਟੀ ਤੇ ਵਿਕ ਜਾਂਦੇ ਸਨ। ਪਿੰਡ ਵਿੱਚ ਜਿਸ ਕਿਸੇ ਨੇ ਵੀ ਆਂਡੇ ਵੇਚਣੇ ਹੁੰਦੇ ਉਸ ਦੁਕਾਨ ਤੇ ਦੇ ਆਉਂਦਾ। ਉੱਥੋਂ ਇੱਕ ਸਾਈਕਲ ਵਾਲਾ ਆਦਮੀ ਖਰੀਦ ਕੇ ਸ਼ਹਿਰ ਲੈ ਜਾਂਦਾ। ਇੱਕ ਆਂਡੇ ਦੇ 6 ਪੈਸੇ ਮਿਲਦੇ ਸਨ।
ਪ੍ਰੀਤਮ ਕੌਰ ਵੀ ਆਂਡਾ ਉੱਥੇ ਲੈ ਗਈ। ਕਿੰਨੇ ਚਿਰ ਤੋਂ ਉਸਨੇ ਆਪਣੀ ਧੀ ਨੂੰ ਚਿੱਠੀ ਨਹੀਂ ਲਿਖੀ ਸੀ। 3 ਪੈਸਿਆਂ ਦਾ ਕਾਰਡ ਲੈ ਕੇ ਦੁਕਾਨ ਤੋਂ ਹੀ ਉਸਨੇ ਲਿਖਵਾ ਲਿਆ। 3 ਪੈਸੇ ਅਜੇ ਹੋਰ ਸਨ। ਅੱਗ ਬਾਲਣ ਲਈ ਕੋਲਾ ਅੰਗਿਆਰ ਲੈਣ ਲਈ ਉਸਨੂੰ ਘਰ ਘਰ ਖੱਜਲ ਹੋਣਾ ਪੈਂਦਾ ਸੀ। 3 ਪੈਸਿਆਂ ਦੀ ਉਸ ਇੱਕ ਤੀਲਾਂ ਦੀ ਡੱਬੀ ਲੈ ਲਈ। ਇੰਨਾ ਕੁਝ ਤੇ ਅੱਜ ਦੇ ਆਂਡੇ ਵਿੱਚੋਂ ਸੀ। ਕੱਲ੍ਹ ਉਸਦੀ ਕੁਕੜੀ ਇੱਕ ਹੋਰ ਆਂਡਾ ਦੇਵੇਗੀ, ਪਰਸੋਂ ਹੋਰ, ਤੇ ਉਸ ਤੋਂ ਮਗਰੋਂ ਵੀ ਹਰ ਰੋਜ਼ ਆਂਡੇ ਵੇਚ-ਵੇਚ ਕੇ ਉਹ ਆਪਣੀਆਂ ਲੋੜਾਂ ਖਰੀਦੇਗੀ। ਉਸਦੇ ਘਰ ਲਹਿਰ ਬਹਿਰ ਹੋ ਜਾਵੇਗੀ। ਬਹੁਤਾ ਫਿਰਨ ਕਰਕੇ ਅੱਜ ਲੋਡੇ ਵੇਲੇ ਉਹਦੀ ਅੱਖ ਲੱਗ ਗਈ। ਢੇਰ ਚਿਰ ਸੁੱਤੀ ਰਹੀ ਹੋਵੇਗੀ, ਕਿਉਂਕਿ ਆਪਣੀ ਕੁਕੜੀ ਦੀ ਦਰਦਨਾਕ ਕੁਆਂਕ ਸੁਣ ਕੇ ਜਦੋਂ ਉੱਬੜ ਵਾਹੇ ਉੱਠੀ ਤਾਂ ਚੌਖੇ ਘੁਸਮੁਸੇ ਜਿਹੇ ਵਿੱਚ ਇੱਕ ਬਿੱਲਾ ਉਸਦੀ ਕੁਕੜੀ ਨੂੰ ਮੂੰਹ ਵਿੱਚ ਪਾਈ ਭੱਜਾ ਜਾ ਰਿਹਾ ਸੀ। ਕੁਕੜੀ ਅਜੇ ਜਿਉਂਦੀ ਸੀ। ਉਹ ਕੁਆਂਕ ਰਹੀ ਸੀ ਪਰ ਮਰ ਰਹੀ ਸੀ। ਕੁਕੜੀ ਦੇ ਪਰ ਬਿੱਲੇ ਦੀਆਂ ਲੱਤਾਂ ਤੇ ਵੱਜਦੇ ਸਨ, ਪਰ ਇਸ ਨਾਲ ਬਿੱਲੇ ਦੀ ਦੌੜ ਵਿੱਚ ਕੋਈ ਫਰਕ ਨਹੀਂ ਪੈਂਦਾ ਸੀ। ਪ੍ਰੀਤਮ ਕੌਰ ਬਿੱਲੇ ਦੇ ਮਗਰ ਮਗਰ ਭੱਜੀ, ਪਰ ਉਹ ਕੰਧ ਟੱਪ ਕੇ ਅੱਖੋਂ ਓਹਲੇ ਹੋ ਗਿਆ। ਪ੍ਰੀਤਮ ਕੌਰ ਹੁਣ ਕਿਹਦੇ ਮਗਰ ਭੱਜੇ? ਅਗਲੇ ਘਰਾਂ ਵਿੱਚੋਂ ਆਵਾਜ਼ ਆਈ, ਫੜੋ ਓਏ, ਬਿੱਲਾ ਕੁਕੜੀ ਲੈ ਗਿਆ। ਪਰ ਬਿੱਲਾ ਕਿੱਥੇ ਫੜਿਆ ਜਾਂਦਾ? ਘਰ ਸੁੰਨਾ ਹੋ ਗਿਆ। ਅੱਗੇ ਤੇ ਪ੍ਰੀਤਮ ਕੌਰ ਸੰਝ ਵੇਲੇ ਕੁਕੜੀ ਨੂੰ ਟੋਕਰੇ ਦੇ ਹੇਠਾਂ ਦੇ ਕੇ ਉੱਤੋਂ ਇੱਟਾਂ ਰੱਖ ਦਿੰਦੀ ਸੀ। ਅੱਜ ਉਹਦੀ ਅੱਖ ਲੱਗ ਜਾਣ ਕਰਕੇ ਵੇਲਾ ਟੱਪ ਗਿਆ ਤੇ ਨੰਗੀ ਬੈਠੀ ਕੁਕੜੀ ਨੂੰ ਬਿੱਲਾ ਫੜ ਕੇ ਲੈ ਗਿਆ। ਜੇ ਉਸਨੂੰ ਝਟ ਕੋ ਪਹਿਲਾਂ ਜਾਗ ਆ ਜਾਂਦੀ, ਉਹ ਉੱਠ ਕੇ ਉਸਨੂੰ ਟੋਕਰੇ ਹੇਠਾਂ ਬੰਦ ਕਰ ਦਿੰਦੀ ਤਾਂ ਕੁਕੜੀ ਬਚ ਜਾਣੀ ਸੀ। ਉਹ ਭਲਕੇ ਵੀ ਆਂਡਾ ਦਿੰਦੀ, ਪਰਸੋਂ ਵੀ ਤੇ ਫਿਰ ਹਰ ਰੋਜ਼। ਸਾਰੀ ਰਾਤ ਉਹ ਫਿਕਰ ਨਾਲ ਜਾਗਦੀ ਰਹੀ। ਦਿਨ ਚੜ੍ਹੇ ਉਸਦੀ ਗੁਆਂਢਣ ਰਾਮ ਜਲਾਹੀ ਉਸ ਨਾਲ ਗੱਲਾਂ ਕਰਨ ਆ ਗਈ। ਰਾਮੀ ਦਾ ਪੁੱਤਰ ਕਈ ਦਿਨਾਂ ਤੋਂ ਨੰਗੇ ਪੈਰੋਂ ਸੀ। ਪਿੰਡ ਦੇ ਮੋਚੀ ਕੋਲੋਂ ਜੁੱਤੀ ਲੈਣ ਦੇ 4 ਰੁਪਈਏ ਲੱਗਦੇ ਸਨ। 3.25 ਉਸਨੇ ਜੋੜ ਲਏ ਹੋਏ ਸਨ, ਪਰ 12 ਆਨੇ ਹੋਰ ਰਲਣ ਵਿੱਚ ਨਹੀਂ ਸਨ ਆਉਂਦੇ। ਮੁੰਡਾ ਨੰਗੇ ਪੈਰੀ ਘਰੋਂ ਜਾਂਦਾ ਤੇ ਘੱਟੇ ਨਾਲ ਲਿਬੜੇ ਪੈਰੀ ਆ ਵੜਦਾ। ਜਿੰਨਾ ਚਿਰ ਉਹ ਬਾਹਰ ਰਹਿੰਦਾ, ਮਾਂ ਫਿਕਰ ਨਾਲ ਸੂਲੀ ਤੇ ਟੰਗੀ ਰਹਿੰਦੀ। ਹਰ ਥਾਂ ਐਡੀਆਂ ਐਡੀਆਂ ਸੂਲਾਂ ਸਨ। ਜੇ ਕੋਈ ਚੁੱਭ ਜਾਏ, ਕੀ ਪਤਾ ਕਿੰਨੀ ਡੂੰਘੀ ਸੱਟ ਲੱਗ ਜਾਏ, ਫਿਰ ਨਿਕਲੇ ਕਿ ਨਾ। ਕੱਢਣ ਲੱਗਿਆਂ ਪੈਰ ਦਾ ਨਾਸ ਹੋ ਜਾਵੇ। ਸੱਪ ਕੀੜੇ ਦਾ ਵੀ ਕੀ ਪਤਾ ਕਿੱਥੇ ਲੁਕਿਆ ਹੋਵੇ। ਨੰਗਾ ਪੈਰ ਉੱਤੇ ਆ ਜਾਵੇ ਤਾਂ ਬਸ। ਰਾਮੋ ਨੂੰ ਖਿਆਲ ਕਰਕੇ ਕੰਬਣੀ ਆ ਜਾਂਦੀ। ਪਰਸੋਂ ਇੱਕ ਜੱਟ ਨੇ ਰਾਮੋ ਦੇ ਪੁੱਤਰ ਨੂੰ ਦਿਹਾੜੀ ਲੱਗਣ ਲਈ ਆਖਿਆ ਸੀ। ਰੋਟੀ ਦੇ ਨਾਲ ਨਾਲ 1 ਰੁਪਈਆ ਮਿਲਣਾ ਸੀ। ਰਾਮੋ ਨੇ ਸੋਚਿਆ ਜੁੱਤੀ ਆ ਜਾਵੇਗੀ, ਪਰ ਜਦੋਂ ਅਗਲੇ ਦਿਨ ਸਵੇਰੇ ਰਾਮੋ ਦਾ ਮੁੰਡਾ ਉਸ ਜੱਟ ਦੇ ਖੇਤਾਂ ਵਿੱਚ ਦਿਹਾੜੀ ਲੱਗਣ ਲਈ ਗਿਆ ਤਾਂ ਉਸ ਤੋਂ ਪਹਿਲਾਂ ਲਹਿੰਦੀ ਪੱਤੀ ਵਾਲੇ ਮਹਿਰਿਆਂ ਦਾ ਮੁੰਡਾ ਦਿਹਾੜੀ ਤੇ ਲੱਗਾ ਹੋਇਆ ਸੀ। ਰਾਮੋ ਦਾ ਮੁੰਡਾ ਘਰ ਮੁੜ ਆਇਆ। ਰਾਮੋ ਨੂੰ ਮਹਿਰਿਆਂ ਤੇ ਬੜਾ ਗੁੱਸਾ ਸੀ। ਹੋਇਆ ਕਿ ਜੇ ਉਹਦੇ ਮੁੰਡੇ ਨੂੰ ਦਿਹਾੜੀ ਜਾਣ ਵਿੱਚ ਰਤਾ ਕੋ ਚਿਰ ਹੋ ਗਿਆ, ਮਹਿਰਿਆਂ ਨੇ ਕਿਉਂ ਆਪਣਾ ਮੁੰਡਾ ਉਹਨਾਂ ਦੀ ਮੁੰਡੇ ਦੀ ਥਾਂ ਤੇ ਦਿਹਾੜੀ ਤੇ ਘੱਲਿਆ? ਜੇ ਉਹ ਨਾ ਘੱਲਦੇ ਤਾਂ ਉਹਦੇ ਮੁੰਡੇ ਦੀ ਜੁੱਤੀ ਆ ਜਾਣੀ ਸੀ। ਇਹ ਗੁੱਸਾ ਕੱਢਣ ਹੀ ਉਹ ਸਵੇਰੇ ਸਵੇਰੇ ਪ੍ਰੀਤਮ ਕੌਰ ਕੋਲ ਆ ਗਈ। ਰੁੜ ਗਿਆ ਨੂੰ ਮੇਰਾ ਮੁੰਡਾ ਜੁੱਤੀ ਪਾਉਂਦਾ ਨਾ ਸਿਖਾਇਆ, ਉਹ ਆਖਣ ਲੱਗੀ। ਮੁੰਡੇ ਦੇ ਨੰਗੇ ਪੈਰਾਂ ਨਾਲ ਮੇਰੀ ਜਾਨ ਸੁੱਕ ਗਈ ਹੈ। ਸਾਡੇ ਤੇ ਲਹੂ ਦੇ ਤਰਾਏ ਲਗੇ ਫਿਰਦੇ ਨੇ ਮਹਿਰੇ, ਸਾਡੇ ਲਹੂ ਦੇ। ਵੇ ਟੁੱਟ ਪੈਣਿਓ, ਤੁਹਾਨੂੰ ਖਿਆਲ ਨਾ ਆਇਆ ਮੇਰੇ ਮੁੰਡੇ ਦੇ ਨੰਗਿਆਂ ਪੈਰਾਂ ਦਾ? ਨੀ ਭੈਣੇ, ਕਿਸੇ ਨੂੰ ਕੀ ਆਖੀਏ। ਮੇਰੀ ਕੁਕੜੀ ਲੱਗੀ ਸਾਈ ਆਂਡੇ ਦੇਣ। ਕੱਲ ਪਹਿਲਾ ਅੰਡਾ ਦੇ ਕੇ 6 ਪੈਸੇ ਲਏ ਸਨ। 3 ਪੈਸਿਆਂ ਦਾ ਇੱਕ ਕਾਟ ਲੈ ਕੇ ਕੁੜੀ ਨੂੰ ਪਾਇਆ। 3 ਪੈਸਿਆਂ ਦੀ ਇੱਕ ਤੀਲਾਂ ਦੀ ਡੱਬੀ ਲੈ ਆਈ। ਮੈਂ ਆਖਿਆ ਕੁਕੜੀ ਆਂਡੇ ਦੇਣ ਲੱਗ ਪਈ ਹੈ, ਹੁਣ ਜੂਨ ਸੌਖੀ ਹੋ ਜਾਏਗੀ। ਹੁਣ ਮੈਨੂੰ ਕਾਹਦਾ ਫਿਕਰ ਹੈ, ਰੋਜ਼ ਆਂਡਾ ਦੇਗੀ, ਰੋਜ਼ ਵੇਚਾਂਗੀ। ਰਾਤੀ ਰੁੜ ਗਿਆ ਬਿੱਲਾ ਪਿਆ ਈ, ਕੁਕੜੀ ਫੜ ਕੇ ਲੈ ਗਿਆ ਈ। ਜਾ ਵੇ ਤੱਤਿਆ, ਤੈਨੂੰ ਤਰਸ ਨਾ ਆਇਆ ਮੇਰੀ ਰੋਜੀ ਹੱਥੋਂ ਖੋਹਦਿਆਂ?